बहुत बहुत स्वागत है। सूबे ਦੀਆਂ प्रमुख सियासी ਤੇ ਸਮਾਜਿਕ ਖਬਰਾਂ ਦੇ ਸਾਡੇ ਇਸ ਖਾਸ ਬੁਲੇਟਿਨ ਪੰਜਾਬ ਇਸ ਵੇਲੇ ਦੇ ਵਿੱਚ ਮੈਂ ਹਾਂ ਜਗਦੀਸ਼ ਸੰਧੂ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਉਸ ਮੁੱਦੇ ਤੋਂ ਜਿਹੜਾ ਸਿਆਸੀ ਸੁਰਖੀਆਂ ਬਣਿਆ ਹੋਇਆ। ਲਗਾਤਾਰ ਚੰਡੀਗੜ੍ਹ ਦੇ ਮੁੱਦੇ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਜੋ ਐਲਾਨ ਕੀਤਾ ਗਿਆ ਕਿ ਚੰਡੀਗੜ੍ਹ ਦੇ ਮੁਲਾਜ਼ਮਾਂ ਦੇ ਉੱਪਰ ਹੁਣ ਕੇਂਦਰੀ ਸਰਵਿਸ ਦੇ ਰੂਲਸ ਜਿਹੜੇ ਨੇ ਉਹ ਲਾਗੂ ਹੋਣਗੇ, ਉਸ ਨੂੰ ਲੈ ਕੇ ਲਗਾਤਾਰ ਪੰਜਾਬ ਦੇ ਆਗੂਆਂ ਵੱਲੋਂ ਕੇਂਦਰ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ ਤੋਂ ਕਾਂਗਰਸ ਦੇ ਐਮਪੀ ਗੁਰਜੀਤ ਔਜਲਾ ਨੇ ਵੀ ਆਪਣੇ ਬਿਆਨ ਦੇ ਵਿੱਚ ਕਿਹਾ ਹੈ ਕਿ ਲਗਾਤਾਰ ਕੇਂਦਰ ਪੰਜਾਬ ਅਤੇ ਹੋਰ ਸੂਬਿਆਂ ਦੇ ਹੱਕਾਂ ਤੇ ਡਾਕਾ ਮਾਰ ਰਿਹਾ ਹੈ ਅਤੇ ਉਹਨਾਂ ਨੇ ਇਸ ਫੈਸਲੇ ਨੂੰ ਸੰਘੀ ਢਾਂਚੇ ਦੇ ਉੱਪਰ ਹਮਲਾ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਪੰਜਾਬ ਦੇ ਲੋਕਾਂ ਦੇ ਵਿੱਚ ਬੇਚੈਨੀ ਦੀ ਸਥਿਤੀ ਹੈ। ਦੇਖੋ, ਕੇਂਦਰ ਸਰਕਾਰ ਵੱਲੋਂ ਜਿਹੜਾ ਰਾਜਾਂ ਦੇ ਅਧਿਕਾਰ ਖਤਮ ਕਰਨ ਦੀ ਗੱਲ ਹੈ ਬੜੇ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ, ਪਰ 2014 ਚ ਜਦੋਂ ਪ੍ਰਧਾਨ ਮੰਤਰੀ ਜੀ ਨੇ ਆਪਣੇ ਭਾਸ਼ਣ 'ਚ ਕਿਹਾ ਸੀ ਕਿ ਮੈਂ ਕੋਆਪਰੇਟ ਫੈਡਰਲਿਜ਼ਮ ਨੂੰ ਬੜਾਵਾ ਦੇਵਾਂਗੇ ਔਰ ਉਹਨੂੰ ਅੱਗੇ ਲੈ ਕੇ ਆਵਾਂਗੇ, ਕਿ ਜਿਹੜੇ ਸੰਘੀ ਢਾਂਚੇ ਉਹਨਾਂ ਨੂੰ ਮਜ਼ਬੂਤ ਕੀਤਾ ਜੋ ਉਹਨਾਂ ਦੇ ਸਹਿਯੋਗ ਦੇ ਨਾਲ ਦੇਸ਼ ਚੱਲੂਗਾ। ਪਰ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਪਿਛਲੇ ਸਮੇਂ ਤੋਂ 2014 ਦੇ ਉੱਤੋਂ ਪੰਜਾਬ ਦੇ ਅਧਿਕਾਰਾਂ ਨੂੰ ਖਤਮ ਕੀਤਾ ਜਾ ਰਿਹਾ ਤੇ ਕੇਂਦਰ ਦੇ ਅਧਿਕਾਰ ਵਧਾਏ ਜਾ ਰਹੇ ਆ, ਇਹਦੇ ਨਾਲ ਜਿਹੜੇ ਰਾਜ ਅਧਿਕਾਰਾਂ 'ਚ ਸਿੱਧੀ ਦਖਲਅੰਦਾਜ਼ੀ ਵੀ ਆ ਤੇ ਸਾਡਾ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਵੀ ਹੈ। ਇਹਨਾਂ ਨੇ ਕੱਲ੍ਹ ਜਦੋਂ ਗ੍ਰਹਿ ਮੰਤਰੀ ਜੀ ਨੇ ਜਾ ਕੇ ਅਨਾਊਂਸਮੈਂਟ ਕੀਤੀ ਹੈ ਚੰਡੀਗੜ੍ਹ ਦੇ ਵਿੱਚ, ਬਹੁਤ ਦੁੱਖ ਹੋਇਆ ਕਿ ਜਿਹੜੇ ਉੱਥੇ ਦੇ ਮੁਲਾਜ਼ਮ ਹੈ ਉਹ ਕੇਂਦਰ ਦੇ ਹੇਠਾਂ ਕੰਮ ਕਰਨਗੇ। ਪਹਿਲਾਂ ਪੰਜਾਬ ਸਿਵਲ ਸਰਵਿਸਿਜ਼ ਐਕਟ ਉਹਨਾਂ ਦੇ ਲਾਗੂ ਹੁੰਦਾ ਸੀ, ਕੋਈ ਸ਼ੱਕ ਨਹੀਂ ਕਿ ਉਹਨਾਂ ਨੂੰ ਇਹਨਾਂ ਨੇ 2 ਸਾਲ ਦੀ ਸਮਾਂ ਦਿੱਤਾ ਗਿਆ, ਪਰ ਜਿਹੜੇ ਇੱਕ ਪਰੰਪਰਾ ਇੱਕ ਸੰਵਿਧਾਨ ਹੈ ਉਹ ਤਾਂ ਖਤਮ ਹੋਇਆ ਨਾ। ਰੀਆਰਗਨਾਈਜੇਸ਼ਨ ਐਕਟ ਤੋਂ ਬਾਅਦ ਇਹ ਉਹਨਾਂ ਨੇ ਵੱਡੀ ਤਬਦੀਲੀ ਜਿਹੜੀ ਆ ਇਹਦੇ ਵਿੱਚ ਕੀਤੀ ਆ, ਜਿਹੜੀ ਕਿ ਬਹੁਤ ਗਲਤ ਹੈ। ਜਿਹੜਾ ਚੰਡੀਗੜ੍ਹ ਹੈ ਆਜ਼ਾਦੀ ਤੋਂ ਬਾਅਦ ਸਾਡਾ ਇਹ ਰਾਜਧਾਨੀ ਬਣਿਆ ਸੀ। ਉਧਰ ਪੰਜਾਬ ਦੇ ਵਿੱਚ ਕਣਕ ਦੀ ਫਸਲ ਮੰਡੀਆਂ ਦੇ ਵਿੱਚ ਆਉਣ ਨੂੰ ਤਿਆਰ ਹੈ। ਅਜਿਹੇ ਵਿੱਚ ਸੂਬਾ ਸਰਕਾਰ ਵੱਲੋਂ ਮੰਡੀਆਂ ਦੇ ਵਿੱਚ ਕਣਕ ਦੀ ਖਰੀਦ ਨੂੰ ਲੈ ਕੇ ਪ੍ਰਬੰਧ ਮੁਕੰਮਲ ਕਰਨ ਦਾ ਦਾਅਵਾ ਕੀਤਾ ਜਾ ਰਿਹਾ। ਉਧਰੋਂ ਕੇਂਦਰ ਸਰਕਾਰ ਵੱਲੋਂ ਵੀ ਇਸ ਖਰੀਦ ਨੂੰ ਲੈ ਕੇ ਵੱਡੀ ਰਾਸ਼ੀ ਪੰਜਾਬ ਸਰਕਾਰ ਨੂੰ ਜਾਰੀ ਕਰ ਦਿੱਤੀ ਗਈ ਹੈ। 24,000 ਕਰੋੜ ਰੁਪਇਆ ਕੇਂਦਰ ਵੱਲੋਂ ਪੰਜਾਬ ਸਰਕਾਰ ਨੂੰ ਦਿੱਤਾ ਗਿਆ। ਕਣਕ ਦੀ ਖਰੀਦ ਨੂੰ ਲੈ ਕੇ ਇਹ ਕੈਸ਼ ਕ੍ਰੈਡਿਟ ਲਿਮਿਟ ਕੇਂਦਰ ਸਰਕਾਰ ਵੱਲੋਂ ਸੂਬਾ ਸਰਕਾਰ ਨੂੰ ਜਾਰੀ ਕੀਤੀ ਗਈ ਹੈ। ਸੋ ਇਸ ਮੁੱਦੇ ਤੇ ਗੱਲਬਾਤ ਕਰਦੇ ਹਾਂ ਸਾਡੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਨਾਲ। ਡੱਲਾ ਜੀ, ਕਿਵੇਂ ਦੇਖਦੇ ਹੋ ਕੇਂਦਰ ਸਰਕਾਰ ਵੱਲੋਂ ਕੈਸ਼ ਕ੍ਰੈਡਿਟ ਲਿਮਿਟ ਸੂਬਾ ਸਰਕਾਰ ਨੂੰ ਜਾਰੀ ਕੀਤੀ ਗਈ ਹੈ? ਦੇਖੋ, ਇੱਕ ਗੱਲ ਤਾਂ ਬੜੀ ਚੰਗੀ ਹੈ ਕਿ ਪੂਰੇ ਪੰਜਾਬ 'ਚ 26 ਜੂਨ ਨੂੰ ਗ੍ਰਾਮ ਸਭਾ ਇਜਲਾਸ ਬੁਲਾਏ ਗਏ ਨੇ। ਦੇਖੋ, ਗ੍ਰਾਮ ਸਭਾਵਾਂ ਸਾਡੀਆਂ ਬਹੁਤ ਵੱਡੀ ਤਾਕਤ ਹੈ। ਗ੍ਰਾਮ ਸਭਾਵਾਂ ਅਗਰ ਮਤੇ ਪਾ ਦੇਣ, ਉਹ ਸਰਕਾਰ ਦੇ ਧਿਆਨ 'ਚ ਬਹੁਤ ਪ੍ਰਭਾਵ ਜਾਂਦਾ ਹੈ ਗੱਲਾਂ ਦਾ। ਹੁਣ ਪੂਰੇ ਪੰਜਾਬ 'ਚ ਜਿਹੜੇ ਢਾਲੀਵਾਲ ਸਾਹਿਬ ਨੇ, ਮੰਤਰੀ ਨੇ ਪੰਚਾਇਤਾਂ ਬਾਰੇ, ਉਹਨਾਂ ਨੇ ਕਿਹਾ ਵੀ ਅਸੀਂ 26 ਜੂਨ ਦਾ ਦਿਨ ਰੱਖਿਆ, ਘੱਟੋ ਘੱਟ ਗ੍ਰਾਮ ਸਭਾਵਾਂ ਨੂੰ ਉਹਨਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨਾ ਤਾਂ ਸ਼ੁਰੂ ਕਰੀਏ ਵੀ ਤੁਹਾਡੇ ਅਧਿਕਾਰ ਕੀ ਹੈ, ਤੁਸੀਂ ਕਿਵੇਂ ਵਿਕਾਸ ਕੰਮਾਂ 'ਤੇ ਨਜ਼ਰਸਾਨੀ ਰੱਖ ਸਕਦੇ ਹੋ, ਮਤੇ ਪਾ ਸਕਦੇ ਹੋ, ਕਿਵੇਂ ਕਰਪਸ਼ਨ ਰੋਕੀ ਜਾ ਸਕਦੀ ਹੈ। ਪਿੰਡਾਂ 'ਚ ਇੰਟਰਲੋਕਿੰਗ ਦੀਆਂ ਟਾਈਲਾਂ ਲੱਗਦੀਆਂ ਨੇ, ਸੀਮੈਂਟ ਆਉਣਾ ਪਿੰਡਾਂ 'ਚ, ਰੇਤਾ ਆਉਣਾ, ਇੱਟਾਂ ਆਉਣੀਆਂ ਨੇ, ਧਰਮਸ਼ਾਲਾ ਬਣਨੀ, ਗਲੀਆਂ ਨਾਲੀਆਂ, ਸੀਵਰੇਜ, ਤਲਾਅ, ਉਹਨਾਂ 'ਚ ਜਿਹੜਾ ਸਮਾਨ ਆਉਂਦਾ ਉਹਦੇ 'ਚ ਕੋਈ ਰਿਸ਼ਵਤ ਨਾ ਚੱਲੇ, ਉਹਨਾਂ ਦੀ ਕੁਆਲਿਟੀ ਕਿਵੇਂ ਚੰਗੀ ਹੋਵੇ। ਗ੍ਰਾਮ ਪੰਚਾਇਤਾਂ ਕੋਲੇ ਬਹੁਤ ਅਧਿਕਾਰ ਨੇ, ਸਿਰਫ ਜਾਗਰੂਕ ਕਰਨ ਦੀ ਲੋੜ ਹੈ। ਸੋ ਇਹ 26 ਤਰੀਕ ਦਾ ਜਿਹੜਾ 26 ਜੂਨ ਦਾ ਉਪਰਾਲਾ ਰੱਖਿਆ ਜਗਦੀਸ਼ ਜੀ, ਮੈਨੂੰ ਲੱਗਦਾ ਇਹ ਚੰਗਾ ਉਪਰਾਲਾ ਹੈ ਔਰ ਇਹਦੇ ਨਾਲ ਚੰਗਾ ਸੁਨੇਹਾ ਲੋਕਾਂ ਦੇ ਵਿੱਚ ਜਾਏਗਾ। ਸੋ ਆਮ ਆਦਮੀ ਪਾਰਟੀ ਦੀ ਸਰਕਾਰ ਮਿਲੇ ਜੁਲੇ ਤਰੀਕੇ ਦੇ ਨਾਲ ਅੱਗੇ ਵਧ ਰਹੀ ਹੈ। ਬਹੁਤ ਸਾਰੇ ਕੰਮ ਚੰਗੇ ਹੋ ਰਹੇ ਨੇ, ਬਹੁਤ ਸਾਰੇ ਕੰਮ ਹੋ ਨਹੀਂ ਰਹੇ ਪਰ ਉਹਨਾਂ ਨੂੰ ਦਿਖਾਇਆ ਜਾ ਰਿਹਾ ਕਿ ਇਹ ਕੰਮ ਹੋ ਰਹੇ ਨੇ। ਜਿਵੇਂ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਬਹੁਤ ਸਾਰੇ ਕੰਮ ਕੀਤੇ ਜਾ ਰਹੇ ਨੇ ਤੇ ਬਹੁਤ ਸਾਰੇ ਅਜਿਹੇ ਕੰਮ ਨੇ ਜਿਹੜੇ ਹੋ ਨਹੀਂ ਰਹੇ ਪਰ ਦਿਖਾਇਆ ਜਾ ਰਿਹਾ ਕਿ ਇਹ ਹੋ ਰਹੇ ਨੇ। ਸੋ ਇਸ ਕਰਕੇ ਮਾਰਕੀਟਿੰਗ ਦੋਨਾਂ ਪਾਰਟੀਆਂ ਦੀ ਚੰਗੀ ਹੈ। ਆਮ ਆਦਮੀ ਪਾਰਟੀ ਨੂੰ ਵੀ ਮਾਰਕੀਟਿੰਗ ਕਰਨੀ ਆਉਂਦੀ ਹੈ, ਬੀਜੇਪੀ ਨੂੰ ਵੀ ਮਾਰਕੀਟਿੰਗ ਕਰਨੀ ਆਉਂਦੀ ਹੈ। ਸੋ ਆਉਣ ਵਾਲੇ ਸਮੇਂ 'ਚ ਦੇਖੋ, ਮਾਰਕੀਟਿੰਗ ਦਾ ਯੁੱਗ ਹੈ। ਜਿਹਨੂੰ ਆਪਣਾ ਸਮਾਨ ਵੇਚਣਾ ਆ ਗਿਆ ਕਹਿੰਦੇ ਉਹ ਕਾਮਯਾਬ ਹੈ। ਸੋ ਆਮ ਆਦਮੀ ਪਾਰਟੀ ਤੇ ਬੀਜੇਪੀ ਦੋਵੇਂ ਮਾਰਕੀਟਿੰਗ 'ਚ ਇੰਨੀਆਂ ਤਕੜੀਆਂ ਨੇ ਕਿ ਕਾਂਗਰਸ ਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਕਰੀਏ ਕੀ। ਇਹੀ ਸਥਿਤੀ ਹੈ ਕਾਂਗਰਸ ਦੀ। ਬਹੁਜਨ ਸਮਾਜ ਪਾਰਟੀ ਦੇਖ ਲਓ ਉੱਤਰ ਪ੍ਰਦੇਸ਼ 'ਚ ਕਿੰਨੀ ਪਛੜ ਗਈ। ਸੋ ਇਸ ਕਰਕੇ ਕਾਂਗਰਸ ਹੋ ਗਈ, ਬਹੁਜਨ ਸਮਾਜ ਪਾਰਟੀ ਹੋ ਗਈ, ਇਹਨਾਂ ਨੂੰ ਸਮਝ ਨਹੀਂ ਆ ਰਿਹਾ ਵੀ ਅਸੀਂ ਕਿਵੇਂ ਪ੍ਰਚਾਰ ਕਰੀਏ। ਆਮ ਆਦਮੀ ਪਾਰਟੀ ਔਰ ਬੀਜੇਪੀ ਇਹ ਦੋਵੇਂ ਪਾਰਟੀਆਂ ਨੰਬਰ 1 ਤੇ ਮੁਕਾਬਲੇ 'ਚ ਨੇ ਪ੍ਰਚਾਰ ਦੇ ਮਾਮਲੇ 'ਚ। ਕੰਮ ਘੱਟ, ਪ੍ਰਚਾਰ ਜ਼ਿਆਦਾ, ਇਹ ਕੰਮ ਚੱਲ ਰਿਹਾ ਜੀ। ਉਧਰ ਕੇਂਦਰ ਵੱਲੋਂ ਚੰਡੀਗੜ੍ਹ ਨੂੰ ਲੈ ਕੇ ਜਾਰੀ ਕੀਤੇ ਇਸ ਨਵੇਂ ਫਰਮਾਨ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਕੇ ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਗਿਆ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ, ਦਲਜੀਤ ਸਿੰਘ ਚੀਮਾ ਅਤੇ ਮਹੇਸ਼ਿੰਦਰ ਸਿੰਘ ਗਰੇਵਾਲ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਮੌਜੂਦ ਸਨ। ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਉਹਨਾਂ ਕੇਂਦਰ ਦੇ ਇਸ ਫੈਸਲੇ ਨੂੰ ਸੰਘੀ ਢਾਂਚੇ ਤੇ ਹਮਲਾ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਸੂਬੇ ਦੇ ਲੋਕ ਕੇਂਦਰ ਦੇ ਇਸ ਧੱਕੇ ਨੂੰ ਬਰਦਾਸ਼ਤ ਨਹੀਂ ਕਰਨਗੇ ਅਤੇ ਕੇਂਦਰ ਦੇ ਇਸ ਫੈਸਲੇ ਨੂੰ ਵਾਪਸ ਕਰਵਾਉਣਗੇ। ਪੰਜਾਬ ਹਰਿਆਣਾ ਰੀਆਰਗੇਨਾਈਜੇਸ਼ਨ ਐਕਟ ਜਦੋਂ ਬਣਿਆ, ਪੰਜਾਬ ਹਰਿਆਣਾ ਦੀ ਵੰਡ ਜਿਸ ਫਾਰਮੂਲੇ ਦੇ ਤਹਿਤ ਹੋਈ, ਚੰਡੀਗੜ੍ਹ ਉਸ ਫਾਰਮੂਲੇ ਦੇ ਤੌਰ ਤੇ ਪੰਜਾਬ ਦਾ ਹਿੱਸਾ, ਔਰ ਉਹ ਤੋਂ ਬਾਅਦ ਵੀ ਰਾਜੀਵ ਲੌਂਗੋਵਾਲ ਅਕਾਰਡ ਹੋਇਆ, ਉਹਦੇ 'ਚ ਵੀ ਪੰਜਾਬ ਦਾ ਹਿੱਸਾ ਮੰਨਿਆ ਗਿਆ। ਉਸ ਫੈਸਲੇ ਦੇ ਤਹਿਤ ਜਿਹੜੇ ਕਮਿਸ਼ਨ ਬਣੇ ਉਹਨੇ ਵੀ ਚੰਡੀਗੜ੍ਹ ਨੂੰ ਪੰਜਾਬ ਦਾ ਹਿੱਸਾ ਮੰਨਿਆ ਔਰ ਕਿਹਾ ਗਿਆ ਵੀ ਚੰਡੀਗੜ੍ਹ ਪੰਜਾਬ ਦਾ ਰਹੇਗਾ, ਪਰ ਉਹਦੇ ਬਦਲੇ ਪਿੰਡ ਦਿੱਤੇ ਜਾਣਗੇ ਜਿਹੜੇ ਜੁੜਵੇਂ ਹੋਣਗੇ। ਕੰਟੀਗਿਊਟੀ ਹੋਣੀ ਸ਼ਰਤ ਆਈ, ਕੰਟੀਗਿਊਟੀ 'ਚ ਲੱਭਿਆ ਨਾ ਕੋਈ ਪਿੰਡ। ਫਿਰ ਦੂਜਾ ਕਮਿਸ਼ਨ ਬੈਠਿਆ, ਦੂਜੇ ਨੇ ਕਹਿਤਾ ਵੀ ਸਾਨੂੰ ਨਹੀਂ ਪਤਾ ਕੰਟੀਗਿਊਟੀ ਹੋਵੇ ਨਾ ਹੋਵੇ, ਇੰਨਾ ਹਿੱਸਾ ਦੇ ਦਿਓ, ਪਰ ਚੰਡੀਗੜ੍ਹ ਉਹਨੇ ਵੀ ਕਿਹਾ ਵੀ ਪੰਜਾਬ ਦਾ ਹੀ ਰਹੇਗਾ। ਅੱਜ ਤੱਕ ਜਿੰਨੇ ਕਮਿਸ਼ਨ ਬਣੇ ਜਾਂ ਫਾਰਮੂਲਾ ਤੈਅ ਹੋਇਆ, ਉਹਦੇ ਤਹਿਤ ਚੰਡੀਗੜ੍ਹ ਪੰਜਾਬ ਦਾ ਹਿੱਸਾ ਹੀ ਮੰਨਿਆ ਗਿਆ। ਇਹ ਵਕਤੀ ਤੌਰ ਤੇ ਡਿਊਟੀ ਆ, ਪੱਕੇ ਤੌਰ ਤੇ ਡਿਊਟੀ ਨਹੀਂ ਹੈ। ਪਰ ਗ੍ਰਹਿ ਮੰਤਰੀ ਜੀ ਦੇ ਬਿਆਨ ਨੇ ਪੱਕੇ ਤੌਰ ਤੇ ਮੋਹਰ ਲਾਤੀ ਚੰਡੀਗੜ੍ਹ ਨੂੰ, ਜਿਹੜਾ ਸਰਾਸਰ ਧੱਕਾ। ਔਰ ਸ਼੍ਰੋਮਣੀ ਅਕਾਲੀ ਦਲ ਇਸ ਧੱਕੇ ਨੂੰ ਮੂਕ ਦਰਸ਼ਕ ਬਣ ਕੇ ਨਹੀਂ ਦੇਖ ਸਕਦਾ। ਸ਼੍ਰੋਮਣੀ ਅਕਾਲੀ ਦਲ ਮਹਿਸੂਸ ਕਰਦਾ ਕਿ ਕੇਂਦਰ ਸਰਕਾਰ ਦੇਸ਼ ਦੇ ਵਿੱਚ ਸੂਬਿਆਂ ਦੇ ਅਧਿਕਾਰ ਖੇਤਰ ਦੇ ਵਿੱਚ ਦਖਲਅੰਦਾਜ਼ੀ ਵਧਾ ਰਹੀ ਆ ਔਰ ਦੇਸ਼ ਦੇ ਵਿੱਚ ਫੈਡਰਲ ਢਾਂਚੇ ਨੂੰ ਖਤਰਾ, ਦੇਸ਼ ਦੇ ਵਿੱਚ ਯੂਨਿਟਰੀ ਸਿਸਟਮ ਵੱਲ ਦੇਸ਼ ਨੂੰ ਧੱਕਿਆ ਜਾ ਰਿਹਾ। ਸ਼੍ਰੋਮਣੀ ਅਕਾਲੀ ਦਲ ਮਹਿਸੂਸ ਕਰਦਾ ਕਿ ਜਿਹੜੇ ਸੰਵਿਧਾਨ ਨਿਰਮਾਤਾਵਾਂ ਦੀ ਸੋਚ ਸੀ, ਭਾਵਨਾ ਸੀ, ਉਹ ਤੋਂ ਹਟ ਕੇ ਅੱਜ ਕੇਂਦਰ ਜਿਹੜਾ ਹੈ ਦੇਸ਼ ਨੂੰ ਯੂਨਿਟਰੀ ਸਿਸਟਮ ਵੱਲ ਲਿਜਾ ਰਿਹਾ। ਤੇ ਹੁਣ ਸੁਣ ਲੈਂਦੇ ਹਾਂ ਅੱਜ ਦੇ ਕੁਝ ਖਾਸ ਸਿਆਸੀ ਬਿਆਨ। ਕੱਲ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਨੇ ਚੰਡੀਗੜ੍ਹ ਯੂਟੀ ਦੇ EMPLOYEES ਵਾਸਤੇ ਉੱਥੇ ਸੈਂਟਰਲ ਗਵਰਨਮੈਂਟ ਦੇ ਪੇ ਸਕੇਲ ਤੋਂ ਸੈਂਟਰਲ ਗਵਰਨਮੈਂਟ ਸਰਵਿਸ ਰੂਲਸ ਜਿਹੜੇ ਹੈਗੇ ਨੇ ਅਪਲਾਈ ਹੋਣਗੇ ਦੀ ਘੋਸ਼ਣਾ ਕੀਤੀ ਹੈ, ਜਿਹਦੇ ਨਾਲ ਚੰਡੀਗੜ੍ਹ ਦੇ EMPLOYEES ਦੀ ਬਹੁਤ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਜਿਹੜੀ ਹੈਗੀ ਉਹ ਪੂਰੀ ਹੋਈ ਹੈ। ਲੇਕਿਨ ਦੂਜੇ ਪਾਸੇ ਕੁਝ ਰਾਜਨੀਤਿਕ ਪਾਰਟੀਆਂ ਉਹਦਾ ਵਿਰੋਧ ਕਰ ਰਹੀਆਂ ਨੇ, ਜਿਹੜਾ ਕਿ ਵਿਰੋਧ ਟੋਟਲੀ ਤੱਥਾਂ ਤੋਂ ਪਰੇ ਹੈ, ਨਿਰਾਧਾਰ ਹੈ ਔਰ ਓਛੀ ਰਾਜਨੀਤੀ ਦਾ ਇੱਕ ਹਿੱਸਾ ਹੈ। ਮੈਂ ਪੁੱਛਣਾ ਚਾਹੁੰਦਾ ਇਹਨਾਂ ਵਿਰੋਧੀ ਪਾਰਟੀਆਂ ਨੂੰ ਕਿ ਜਦੋਂ 1/11/1966 ਨੂੰ ਰੀਆਰਗੇਨਾਈਜੇਸ਼ਨ ਆਫ ਪੰਜਾਬ ਅਰਥਾਤ ਪੰਜਾਬ ਦੀ ਗੱਲ ਹੋਈ ਸੀਗੀ, ਉਦੋਂ ਜਿਹੜੀ ਗਵਰਨਮੈਂਟ ਆਫ ਇੰਡੀਆ ਦੀ ਨੋਟੀਫਿਕੇਸ਼ਨ ਇਸ਼ੂ ਹੋਈ ਸੀਗੀ, ਉਹਦੇ ਵਿੱਚ ਜਿਹੜੇ ਕੰਡੀਸ਼ਨ ਆਫ ਸਰਵਿਸ ਹੈਗੀ ਹੈ ਯੂਟੀ EMPLOYEES ਦੀ, ਉਹ ਸੈਂਟਰਲ ਗਵਰਨਮੈਂਟ ਰੂਲਸ ਅਪਲਾਈ ਹੁੰਦੇ ਸਨ ਔਰ ਪੇ ਸਕੇਲ ਪੰਜਾਬ ਗਵਰਨਮੈਂਟ ਦੇ ਅਪਲਾਈ ਹੁੰਦੇ ਸਨ। ਉਹਦੇ ਬਾਅਦ 1986 ਦੇ ਵਿੱਚ ਸੈਂਟਰਲ ਗਵਰਨਮੈਂਟ ਦੇ EMPLOYEES ਦੀ ਪੇ ਸਕੇਲ ਜਿਹੜੇ ਹੈਗੇ ਨੇ ਜ਼ਿਆਦਾ ਸੀਗੇ ਤੇ ਯੂਟੀ EMPLOYEES ਨੇ ਮੰਗ ਕੀਤੀ ਕਿ ਸਾਡੇ ਜਿਹੜੇ ਪੇ ਸਕੇਲਸ ਹੈਗੇ ਨੇ ਉਹ ਵੀ ਜਿਹੜੇ ਹੈਗੇ ਨੇ ਸੈਂਟਰਲ ਗਵਰਨਮੈਂਟ EMPLOYEES ਦੇ ਨਾਲ ਵੰਗਰ ਕੀਤੇ ਜਾਣ। ਔਰ ਇਹਦੇ ਵਿੱਚ 1988 ਦੇ ਵਿੱਚ ਜਿਹੜੀ ਹੈਗੀ ਹੈ ਅਮੈਂਡਮੈਂਟ ਕਰਕੇ ਉਹਨਾਂ ਨੂੰ ਸੈਂਟਰਲ ਗਵਰਨਮੈਂਟ ਦੇ ਸਰਵਿਸ ਰੂਲਸ ਔਰ ਸੈਂਟਰਲ ਗਵਰਨਮੈਂਟ ਦੇ ਹੀ ਪੇ ਸਕੇਲਸ ਜਿਹੜੇ ਕਿ ਦਿੱਤੇ ਗਏ। ਉਹਦੇ ਕੁਝ ਸਮੇਂ ਬਾਅਦ ਪੰਜਾਬ ਨੇ ਆਪਣੇ ਪੇ ਸਕੇਲਸ ਰਿਵਾਈਜ਼ ਕਰ ਦਿੱਤੇ ਤੇ ਯੂਟੀ ਦੇ EMPLOYEES ਦੀ ਇਹ ਮੰਗ ਆਈ ਕਿ ਸਾਨੂੰ ਜਿਹੜਾ ਹੈਗਾ ਵਾ ਪੇ ਸਕੇਲ ਪੰਜਾਬ ਦੇ EMPLOYEES ਦੇ ਬਰਾਬਰ ਦਿੱਤਾ ਜਾਵੇ। ਉਸ ਨੂੰ ਲੈ ਕੇ 13/1/1992 ਦੇ ਵਿੱਚ ਫਿਰ ਇੱਕ ਨੋਟੀਫਿਕੇਸ਼ਨ ਹੋਈ, ਜਿਹਦੇ ਵਿੱਚ ਸਰਵਿਸ ਰੂਲਸ ਔਰ ਪੇ ਸਕੇਲਸ ਜਿਹੜੇ ਹੈਗੇ ਨੇ ਉਹ ਪੰਜਾਬ ਦੇ ਲਾਗੂ ਹੋ ਗਏ ਉਹਦੇ 'ਤੇ। ਔਰ ਹੁਣ ਪੰਜਾਬ ਦੇ ਪੇ ਔਰ ਸੈਂਟਰਲ ਗਵਰਨਮੈਂਟ ਦੇ ਪੇ ਦੇ ਵਿੱਚ ਬਹੁਤ ਵੱਡਾ ਡਿਫਰੈਂਸ ਹੈਗਾ, ਜਿਹਦੇ ਕਰਕੇ ਬਹੁਤ ਲੰਬੇ ਸਮੇਂ ਤੋਂ ਇਹ ਮੰਗ ਚੱਲ ਰਹੀ ਸੀ ਯੂਟੀ EMPLOYEES ਦੀ ਕਿ ਸਾਨੂੰ ਜਿਹੜਾ ਹੈਗਾ ਵਾ ਸੈਂਟਰਲ ਗਵਰਨਮੈਂਟ ਦੇ ਪੇ ਸਕੇਲਸ ਔਰ ਰੂਲਸ ਦੇ ਵਿੱਚ ਲਿਆਂਦਾ ਜਾਵੇ। ਉਹਨਾਂ ਦੇ ਆਉਣ ਦੇ ਨਾਲ ਜਿੱਥੇ ਯੂਟੀ ਦੇ EMPLOYEES ਨੂੰ ਸੈਂਟਰਲ ਗਵਰਨਮੈਂਟ ਦੇ ਪੇ ਸਕੇਲਸ ਮਿਲਣਗੇ ਔਰ ਉਹਦੇ ਨਾਲ ਨਾਲ ਉਹਨਾਂ ਨੂੰ ਸਰਵਿਸ ਰੂਲਸ ਦਾ ਵੀ ਬੈਨੀਫਿਟ ਮਿਲੇਗਾ, ਜਿਹਦੇ ਨਾਲ ਉਹਨਾਂ ਦੀ ਰਿਟਾਇਰਮੈਂਟ ਏਜ 58 ਸਾਲ ਤੋਂ 60 ਸਾਲ ਹੋ ਗਈ। ਮੈਂ ਪੁੱਛਣਾ ਚਾਹੁੰਦਾ 1966 'ਚ ਕਿਹਦੀ ਸਰਕਾਰ ਸੀਗੀ, 1988 'ਚ ਕਿਹਦੀ ਸਰਕਾਰ ਸੀਗੀ, 1992 'ਚ ਕਿਹਦੀ ਸਰਕਾਰ ਸੀਗੀ ਔਰ ਅਸੀਂ ਹਾਈ ਤੋਬਾ ਮਚਾ ਰਹੇ ਹਾਂ। ਭਾਰਤੀ ਜਨਤਾ ਪਾਰਟੀ ਬੜਾ ਕਲੀਅਰ ਮਾਨਣਾ ਹੈ ਚੰਡੀਗੜ੍ਹ ਪੰਜਾਬ ਦਾ ਪੰਜਾਬ ਨੂੰ ਮਿਲਣਾ ਚਾਹੀਦਾ ਹੈ, ਲੇਕਿਨ ਵਿਰੋਧੀ ਧਿਰਾਂ ਸਿਰਫ ਰਾਜਨੀਤੀ ਕਰਨ ਵਾਸਤੇ ਹੋਛੀ ਰਾਜਨੀਤੀ ਕਰ ਰਹੀਆਂ ਨੇ, ਗਲਤ ਬਿਆਨਬਾਜ਼ੀ ਕਰ ਰਹੀਆਂ ਨੇ, ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀਆਂ।
ਚੰਡੀਗੜ੍ਹ ਦੇ ਮੁਲਾਜ਼ਮਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਫੈਸਲੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਟਵੀਟ ਕਰਕੇ ਇਸ ਦਾ ਵਿਰੋਧ ਕੀਤਾ ਹੈ। ਉਹਨਾਂ ਕਿਹਾ ਹੈ ਕਿ ਕੇਂਦਰ ਸੂਬਿਆਂ ਦੇ ਹੱਕਾਂ ਦੇ ਨਾਲ ਧੱਕਾ ਕਰ ਰਿਹਾ। ਉਹਨਾਂ ਕਿਹਾ ਕਿ ਇਹ ਪੁਨਰਗਠਨ ਐਕਟ ਦੀ ਉਲੰਘਣਾ ਵੀ ਕੇਂਦਰ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ। ਭਗਵੰਤ ਮਾਨ ਨੇ ਆਪਣੇ ਟਵੀਟ ਦੇ ਵਿੱਚ ਲਿਖਿਆ ਹੈ ਕਿ ਪੰਜਾਬ ਚੰਡੀਗੜ੍ਹ ਦੇ ਆਪਣੇ ਹੱਕ ਦੀ ਲੜਾਈ ਲੜੇਗਾ। ਉਧਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਪਾਲ ਸਿੰਘ ਚੀਮਾ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਕੇਂਦਰ ਸਰਕਾਰ ਤੇ ਇਸ ਮੁੱਦੇ ਨੂੰ ਲੈ ਕੇ ਤਿੱਖਾ ਸਿਆਸੀ ਹਮਲਾ ਕੀਤਾ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਲਗਾਤਾਰ ਪੰਜਾਬ ਦੇ ਹੱਕਾਂ ਨੂੰ ਖੋ ਰਹੀ ਹੈ। ਇਸ ਮੌਕੇ ਉਹਨਾਂ ਨੇ ਹੋਰਨਾਂ ਮੁੱਦਿਆਂ ਨੂੰ ਲੈ ਕੇ ਵੀ ਕੇਂਦਰ ਸਰਕਾਰ ਦਾ ਘਿਰਾਓ ਕੀਤਾ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੇਂਦਰ ਦੇ ਇਸ ਫੈਸਲੇ ਦੇ ਖਿਲਾਫ ਸੰਘਰਸ਼ ਕਰੇਗੀ ਅਤੇ ਕੇਂਦਰ ਤੋਂ ਇਹ ਫੈਸਲਾ ਵਾਪਸ ਕਰਵਾਵੇਗੀ। ਜਿਹੜਾ ਕਿ ਕੱਲ ਅਮਿਤ ਸ਼ਾਹ ਜੀ ਨੇ ਫੈਸਲਾ ਕੀਤਾਗਾ, ਕੇਂਦਰ ਸਰਕਾਰ ਨੇ ਫੈਸਲਾ ਕੀਤਾਗਾ ਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਵਿੱਚ ਪੰਜਾਬ ਦਾ ਹਿੱਸਾ ਲਗਭਗ ਖਤਮ ਕਰਨ ਦਾ ਯਤਨ ਕੀਤਾਗਾ। ਇੱਕ ਤਾਨਾਸ਼ਾਹੀ, ਇੱਕ ਡਿਕਟੇਟਰਸ਼ਿਪ ਜਿਹੜਾ ਹੈਗਾ ਫੈਸਲਾ ਕੀਤਾਗਾ। ਬੀਜੇਪੀ ਦੀ ਸਰਕਾਰ ਲਗਾਤਾਰ ਕੇਂਦਰ ਦੀ ਸਰਕਾਰ ਪੰਜਾਬ ਵਿਰੋਧੀ ਫੈਸਲੇ ਲੈ ਰਹੀ ਆ, ਚਾਹੇ ਪਹਿਲਾਂ BBM ਦਾ ਮਾਮਲਾ ਹੋਵੇ, ਪੰਜਾਬ ਯੂਨੀਵਰਸਿਟੀ ਦਾ ਮਾਮਲਾ ਹੋਵੇ। ਲਗਾਤਾਰ ਪੰਜਾਬ ਦਾ ਜਿਹੜਾ ਹੱਕ ਆ ਚੰਡੀਗੜ੍ਹ ਦੇ ਵਿੱਚ ਉਹਨੂੰ ਖਤਮ ਕਰਨ ਦਾ ਯਤਨ ਕੀਤਾ ਜਾ ਰਿਹਾ। ਕਿਉਂਕਿ ਜਦੋਂ ਪੰਜਾਬ ਵਿੱਚ ਇਲੈਕਸ਼ਨ ਹੋ ਰਹੀ ਸੀ, ਜਦੋਂ ਪੰਜਾਬ ਵਿੱਚ ਵਿਧਾਨ ਸਭਾ ਦੀ ਇਲੈਕਸ਼ਨ ਹੋ ਰਹੀ ਸੀ, ਤਾਂ ਉਸ ਸਮੇਂ ਦਿੱਲੀ ਦੇ ਵਿੱਚ MCD ਦੀ ਇਲੈਕਸ਼ਨ ਪੈਂਡਿੰਗ ਪਈ ਸੀ। ਦਿੱਲੀ ਦੀ MCD ਦੀ ਇਲੈਕਸ਼ਨ ਪੈਂਡਿੰਗ ਪਈ ਸੀ ਔਰ ਚੱਲਦੀ ਪ੍ਰੈਸ ਕਾਨਫਰੰਸ ਦੇ ਦੌਰਾਨ ਜਦੋਂ ਇਲੈਕਸ਼ਨ ਕਮਿਸ਼ਨ ਦੀ ਜਦੋਂ ਪ੍ਰੈਸ ਕਾਨਫਰੰਸ ਚੱਲ ਰਹੀ ਸੀ, ਤਾਂ ਉਸ ਚੱਲਦੀ ਪ੍ਰੈਸ ਕਾਨਫਰੰਸ ਦੇ ਦੌਰਾਨ MCD ਦੀ ਇਲੈਕਸ਼ਨ ਰੱਦ ਕੀਤੀ ਗਈ, ਡੇਟਾ ਅਨਾਉਂਸ ਕਰਨ ਤੋਂ ਮਨਾ ਕੀਤਾ ਗਿਆ। ਕਿਉਂਕਿ ਬੀਜੇਪੀ ਦੀ ਸਰਕਾਰ ਸਮਝ ਚੁੱਕੀ ਸੀ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਰਹੀ ਹੈਗੀ ਔਰ ਦਿੱਲੀ ਦੇ ਵਿੱਚ ਵੀ MCD ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਆ ਉਹ MC ਜਿੱਤਣਗੇ ਔਰ ਸਰਕਾਰ ਜਿਹੜੀ ਆ ਮੇਅਰ ਉੱਥੇ ਆਮ ਆਦਮੀ ਪਾਰਟੀ ਦੇ ਬਣਨਗੇ। ਉਦੋਂ ਰੱਦ ਕੀਤਾ ਗਿਆ। ਤੇ ਉਧਰ ਕਾਂਗਰਸੀ ਆਗੂ ਸੁਖਪਾਲ ਖਹਿਰਾ ਵੱਲੋਂ ਵੀ ਜਲੰਧਰ ਵਿਖੇ ਪ੍ਰੈਸ ਕਾਨਫਰੰਸ ਕਰਕੇ ਕੇਂਦਰ ਸਰਕਾਰ ਦੇ ਇਸ ਫੈਸਲੇ ਦੇ ਵਿਰੋਧ ਦੇ ਵਿੱਚ ਬਿਆਨ ਦਿੱਤਾ ਗਿਆ। ਸੁਖਪਾਲ ਖਹਿਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ CM ਭਗਵੰਤ ਮਾਨ ਨੂੰ ਇਸ ਤੇ ਕਰੜਾ ਨੋਟਿਸ ਲੈਂਦਿਆਂ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਕਾਂਗਰਸ ਕੇਂਦਰ ਦੀਆਂ ਇਹਨਾਂ ਨੀਤੀਆਂ ਦਾ ਵਿਰੋਧ ਕਰਦੀ ਹੈ। ਉਹਨਾਂ ਕਿਹਾ ਹੈ ਕਿ ਦਿੱਲੀ ਅਤੇ ਪੰਜਾਬ ਦੇ ਵਿੱਚ ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਜਾਵੇਗਾ। ਕੇਂਦਰ ਦੀ ਸਰਕਾਰ ਨੇ ਇੱਕ ਬਹੁਤ ਆਰਬਿਟਰਰੀ, ਇੱਕ ਯੂਨੀਲੈਟਰਲ, ਡਿਕਟੇਟੋਰੀਅਲ, ਅਨਕਨਸਟੀਟਿਊਸ਼ਨਲ ਇੱਕ ਫੈਸਲਾ ਲਿਆ ਵਾ ਕਿ ਕੁੱਲ ਚੰਡੀਗੜ੍ਹ ਦੇ EMPLOYEES ਜਿਹੜੇ ਨੇ ਉਹ ਹੁਣ ਤੋਂ ਬਾਅਦ ਉਹ ਸੈਂਟਰਲ ਗਵਰਨਮੈਂਟ ਦੇ ਅਧੀਨ ਹੋਣਗੇ। ਇਹ ਪੰਜਾਬ ਨੂੰ ਕਦੀ ਵੀ ਪ੍ਰਵਾਨ ਨਹੀਂ ਹੋਏਗਾ। ਇਸ ਦਾ ਅਸੀਂ ਡਟ ਕੇ ਵਿਰੋਧ ਕਰਾਂਗੇ, ਕਈ ਸ਼ਕਲਾਂ ਵਿੱਚ ਵਿਰੋਧ ਕਰਾਂਗੇ, ਕਿਉਂਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ, ਸੀ ਅਤੇ ਰਹੇਗੀ। ਇਹ ਸ਼ਹਿਰ ਦੁਨੀਆ ਦੇ ਬਿਹਤਰੀਨ ਸ਼ਹਿਰਾਂ ਚੋਂ ਹੈ। ਇਹ ਪੰਜਾਬ ਦੀ ਸਰਕਾਰ ਉਸ ਵਕਤ ਦੀ ਸਾਡੀ ਸਰਕਾਰ ਨੇ ਇਸ ਨੂੰ ਆਪਣੇ ਲਈ ਰਾਜਧਾਨੀ ਬਣਾਇਆ ਸੀ ਔਰ ਜਦੋਂ ਪੰਜਾਬੀ ਸੂਬੇ ਦਾ ਮੋਰਚਾ ਲੱਗਿਆ ਤੇ ਅਲਟੀਮੇਟਲੀ 1966 ਵਿੱਚ ਪੰਜਾਬ ਇਸ ਟੁੱਟੇ ਭੱਜੀ ਸ਼ਕਲ ਦੇ ਵਿੱਚ ਬਣਿਆ ਤਾਂ ਉਸ ਵਕਤ ਵੀ ਆਪ ਮੁਹਾਰੇ ਇਸ ਸ਼ਹਿਰ ਨੂੰ ਇੱਕ ਸਾਂਝੀ ਰਾਜਧਾਨੀ ਬਣਾਤਾ, ਹਰਿਆਣੇ ਨਾਲ ਯੂਨਿਟ ਟੈਰੀਟਰੀ ਦਾ ਸਟੇਟਸ ਦਿੱਤਾ, ਜਦ ਕਿ ਨਾ ਹਰਿਆਣੇ ਨੇ ਸਟੇਟ ਮੰਗੀ ਸੀ, ਨਾ ਹਿਮਾਚਲ ਪ੍ਰਦੇਸ਼ ਨੇ ਸਟੇਟ ਮੰਗੀ ਸੀ। ਇਹ ਸਾਰੇ ਮੋਰਚੇ ਵਿੱਚ ਅਗਰ ਕੁਰਬਾਨੀਆਂ ਦਿੱਤੀਆਂ ਪੰਜਾਬ ਦੇ ਲੋਕਾਂ ਨੇ ਦਿੱਤੀਆਂ, ਜੇਲ੍ਹਾਂ 'ਚ ਗਏ ਔਰ ਬਹੁਤ ਸਾਰੀਆਂ ਹੋਰ ਤਸੀਹੇ ਝੱਲੇ। ਇਸ ਕਰਕੇ ਸਾਡਾ ਇਸ ਸ਼ਹਿਰ ਦੇ ਉੱਤੇ ਕਲੇਮ ਸਦਾ ਵਾਸਤੇ ਰਹੇਗਾ ਔਰ ਉਹ ਦਿਨ ਦੂਰ ਨਹੀਂਗਾ ਜਿੱਦਣ ਚੰਡੀਗੜ੍ਹ ਕੇਵਲ ਤੇ ਕੇਵਲ ਪੰਜਾਬ ਦੀ ਰਾਜਧਾਨੀ ਹੋਵੇ। ਉਧਰ ਆਮ ਆਦਮੀ ਪਾਰਟੀ ਦੇ ਰਾਜ ਸਭਾ ਤੋਂ ਮੈਂਬਰ ਰਾਘਵ ਚੱਡਾ ਦੀ ਕੈਟ ਵਾਕ ਦੇ ਖੂਬ ਚਰਚੇ ਨੇ। ਦਿੱਲੀ ਵਿਖੇ ਇੱਕ ਫੈਸ਼ਨ ਦੇ ਪ੍ਰੋਗਰਾਮ ਦੇ ਵਿੱਚ ਰਾਘਵ ਚੱਡਾ ਕੈਟ ਵਾਕ ਕਰਦੇ ਹੋਏ ਨਜ਼ਰ ਆ ਰਹੇ ਨੇ। ਸੋਸ਼ਲ ਮੀਡੀਆ ਤੇ ਰਾਘਵ ਚੱਡਾ ਦੀ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਰਾਘਵ ਚੱਡਾ ਕਿਸੇ ਮਾਡਲ ਦੀ ਤਰ੍ਹਾਂ ਕੈਟ ਵਾਕ ਕਰਦੇ ਹੋਏ ਨਜ਼ਰ ਆ ਰਹੇ ਨੇ। ਸੋਸ਼ਲ ਮੀਡੀਆ ਤੇ ਲੋਕਾਂ ਦੁਆਰਾ ਇਹ ਵੀਡੀਓ ਖੂਬ ਦੇਖੀ ਜਾ ਰਹੀ ਹੈ ਅਤੇ ਇਸ ਤੇ ਕਮੈਂਟ ਵੀ ਕੀਤੇ ਜਾ ਰਹੇ ਨੇ। ਹਾਲਾਂਕਿ ਇਸ ਮੁੱਦੇ ਨੂੰ ਲੈ ਕੇ ਕੁਝ ਸਿਆਸੀ ਆਗੂਆਂ ਵੱਲੋਂ ਵੀ ਪ੍ਰਤੀਕਰਮ ਦਿੱਤੇ ਜਾ ਰਹੇ ਨੇ। ਜਿਵੇਂ ਜਿਵੇਂ ਗਰਮੀ ਦਾ ਮੌਸਮ ਵੱਧ ਰਿਹਾ ਹੈ, ਲੋਕਾਂ ਦੇ ਵਿੱਚ ਠੰਡਾ ਪਾਣੀ ਪੀਣ ਅਤੇ ਠੰਡੀਆਂ ਚੀਜ਼ਾਂ ਖਾਣ ਦੀ ਚਾਹਤ ਵੱਧ ਰਹੀ ਹੈ। ਲੁਧਿਆਣਾ ਵਿਖੇ ਅਤੇ ਪੰਜਾਬ ਦੇ ਹੋਰ ਵੱਖੋ ਵੱਖਰੇ ਸ਼ਹਿਰਾਂ ਦੇ ਵਿੱਚ
ਘੜਿਆਂ ਅਤੇ ਮਿੱਟੀ ਦੇ ਹੋਰ ਭਾਂਡਿਆਂ ਦੀ ਵਿਕਰੀ ਦੇ ਵਿੱਚ ਵੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਇਸ ਮੌਸਮ ਦੇ ਵਿੱਚ ਲੋਕ ਫ੍ਰਿਜ ਦਾ ਪਾਣੀ ਪੀਂਦੇ ਨੇ, ਪਰ ਕਈ ਲੋਕ ਅਜਿਹੇ ਨੇ ਜੋ ਘੜੇ ਦਾ ਪਾਣੀ ਹੀ ਪੀਣਾ ਪਸੰਦ ਕਰਦੇ ਨੇ। ਅਸੀਂ ਜੀ ਮਿੱਟੀ ਦੇ ਭਾਂਡੇ ਖਰੀਦਣ ਆਏ ਹਾਂ। ਕੀ ਖਰੀਦ ਰਹੇ ਹੋ? ਅਸੀਂ ਗਲਾਸ ਖਰੀਦ ਰਹੇ ਹਾਂ ਤੇ ਬਾਕੀ ਕੈਂਪਰ ਖਰੀਦ ਰਹੇ ਹਾਂ ਤਾਂ ਜੋ ਉਹਦੇ ਵਿੱਚ ਪਾਣੀ ਅਸੀਂ ਸਟੋਰ ਕਰਕੇ ਰੱਖ ਸਕੀਏ ਤੇ ਪੀਓ। ਕਿਸ ਤਰ੍ਹਾਂ ਦੇਖਦੇ ਹੋ ਮਿੱਟੀ ਦੇ ਭਾਂਡੇ ਦੇ ਵਿੱਚ ਪਾਣੀ, ਕਿਉਂਕਿ ਗਰਮੀਆਂ ਆ ਗਈਆਂ ਨੇ, ਲੋਕ ਜ਼ਿਆਦਾਤਰ ਘੜਿਆਂ ਦੇ ਵਿੱਚ ਮਿੱਟੀ ਦੇ ਘੜੇ 'ਚ ਪਾਣੀ? ਹਾਂਜੀ ਹਾਂ, ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਫਿਲਟਰ ਪਾਣੀ ਵੀ ਆ ਉਹਦੇ ਵੀ ਜਿਹੜੇ ਡਾਕਟਰ ਬੰਦ ਕਰ ਰਹੇ ਨੇ ਉਹ ਵੀ ਸਿਹਤ ਲਈ ਹਾਨੀਕਾਰਕ ਹੋ ਰਿਹਾ। ਇਸੇ ਕਰਕੇ ਮਿੱਟੀ ਦੇ ਘੜਿਆਂ ਦੇ ਵਿੱਚ ਨੈਚੁਰਲੀ ਜਿਹੜੇ ਸੋਰਸ ਹੁੰਦੇ ਨੇ ਉਹਦੇ ਨਾਲ ਜਿਹੜੇ ਕੀਟਾਣੂ ਆਪਣੇ ਆਪ ਖਤਮ ਹੋ ਜਾਂਦੇ ਨੇ ਤੇ ਨੈਚੁਰਲੀ ਫਿਲਟਰ ਕਰਨ ਦਾ ਕੰਮ ਕਰਦਾ। ਜਿਵੇਂ ਕਿ ਗਰੀਬ ਦੀ ਰਸੋਈ ਦਾ ਫ੍ਰਿਜ ਕਿਹਾ ਜਾਂਦਾ, ਅੱਜ ਕੱਲ੍ਹ ਦਾ ਮਰੀਜ਼ਾਂ ਦੀ ਰਸੋਈ 'ਚ ਵੀ ਇਹ ਫ੍ਰਿਜ ਜਿਹੜਾ ਜੱਟਣ ਲੱਗ ਗਿਆ ਵਾ। ਹਾਂਜੀ ਹਾਂ, ਹੁਣ ਤਾਂ ਇਹ ਵਧੀਆ ਜਿਹੜੀਆਂ ਪੁਰਾਣੀਆਂ ਚੀਜ਼ਾਂ ਵੱਲ ਲੋਕ ਜਾ ਰਹੇ ਨੇ, ਜਿਵੇਂ ਕਿ ਪਿੱਤਲ ਦੇ ਭਾਂਡੇ ਹੋ ਗਏ, ਮਿੱਟੀ ਦੇ ਭਾਂਡੇ ਹੋ ਗਏ, ਕਿਉਂਕਿ ਹੁਣ ਇਹਨਾਂ ਨੂੰ ਲੋਕਾਂ ਨੂੰ ਮੁੜਨ ਦੀ ਲੋੜ ਪੈ ਰਹੀ ਹੈ ਕਿਉਂਕਿ ਇਹ ਸਿਹਤ ਲਈ ਵੀ ਵਧੀਆ ਨੇ ਤੇ ਹੁਣ ਤਾਂ ਨਵੀਂ ਵੈਰਾਈਟੀ 'ਚ ਆ ਰਹੇ ਨੇ ਡੈਕੋਰੇਟਡ ਫਾਰਮ ਦੇ ਵਿੱਚ ਤੇ ਹੋਰ ਵੀ ਵਧੀਆ ਲੱਗਦੇ ਨੇ ਘਰੇ। ਕਿੰਨੇ ਕੁ ਸਾਲਾਂ ਤੋਂ ਯੂਜ਼ ਕਰ ਰਹੇ ਮਿੱਟੀ ਦੇ ਬਰਤਨ? ਅਸੀਂ ਤਾਂ ਜੀ 4-5 ਸਾਲਾਂ ਤੋਂ ਕਰ ਰਹੇ ਹਾਂ ਤੇ ਹੁਣ ਆਉਣ ਵਾਲੇ ਟਾਈਮ 'ਚ ਅਸੀਂ ਪਲਾਸਟਿਕ ਬਿਲਕੁਲ ਖਤਮ ਕਰ ਰਹੇ ਹਾਂ ਆਪਣੇ ਘਰਾਂ ਦੇ ਵਿੱਚ ਤੇ ਮਿੱਟੀ ਜਾਂ ਕੰਚ ਦੇ बर्तन ही लिया रहे हैं। मैं घड़ा खरीदने आया हूँ। घड़े के पानी इसलिए खरीदा गया है, फ्रिज के पानी रखने से ना उससे ये में शुद्ध पानी मिल जाता है, पानी ठंडा हो जाता है। अगर इसके नीचे रेता रख लोगे, रेता का पानी ठंडा करता है और स्वास्थ्य के लिए फ़ायदा करता है। अक्सर पहले ना मिट्टी के बर्तन में खाना बनाते थे, मिट्टी के बर्तन में खाना खाते थे। आजकल तो नया टेक्नोलॉजी है, इस करके ना नया चीज़ आ गई, इसलिए उसमें खाते हैं। लेकिन इसमें घड़े के पानी पीने से स्वादिष्ट होता है, मन को शांत मिलता है। ਤੇ ਉਧਰ ਲੁਧਿਆਣਾ ਦੇ ਹੋਟਲ ਪਾਰਕ ਪਲਾਜ਼ਾ ਵਿੱਚ ਲੈਂਡਮਾਰਕ ਇਮੀਗ੍ਰੇਸ਼ਨ ਵੱਲੋਂ ਇੱਕ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦੇ ਵਿੱਚ ਸੈਂਕੜੇ ਦੀ ਸੰਖਿਆ ਦੇ ਵਿੱਚ ਵਿਦਿਆਰਥੀਆਂ ਨੇ ਪਹੁੰਚ ਕੇ ਵੱਖੋ ਵੱਖਰੀਆਂ ਯੂਨੀਵਰਸਿਟੀਆਂ ਦੇ ਪ੍ਰਤੀਨਿਧੀਆਂ ਦੇ ਨਾਲ ਗੱਲਬਾਤ ਕੀਤੀ ਅਤੇ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਦੇ ਸੰਬੰਧ ਦੇ ਵਿੱਚ ਉਹਨਾਂ ਤੋਂ ਸਲਾਹ ਮਸ਼ਵਰਾ ਵੀ ਲਿਆ। ਇਸ ਮੌਕੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਲੈਂਡਮਾਰਕ ਇਮੀਗ੍ਰੇਸ਼ਨ ਵੱਲੋਂ ਇਨਾਮ ਵੀ ਤਕਸੀਮ ਕੀਤੇ ਗਏ। ਇੱਕ ਵਿਦਿਆਰਥੀ ਨੂੰ ਲੈਪਟਾਪ ਵੀ ਲੈਂਡਮਾਰਕ ਇਮੀਗ੍ਰੇਸ਼ਨ ਵੱਲੋਂ ਦਿੱਤਾ ਗਿਆ। ਪੰਜਾਬ ਦੇ ਵਿੱਚ ਗਰਮੀ ਦਾ ਮੌਸਮ ਪੂਰੀ ਤਰ੍ਹਾਂ ਦੇ ਨਾਲ ਸ਼ੁਰੂ ਹੋ ਚੁੱਕਿਆ ਹੈ। ਹਾਲਾਂਕਿ ਪੰਜਾਬ ਦੇ ਵਿੱਚ ਆਉਂਦੇ ਦਿਨਾਂ ਦੇ ਵਿੱਚ ਪਾਰਾ ਹੋਰ ਵਧੇਗਾ। ਪੰਜਾਬ ਦੇ ਵਿੱਚ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀਆਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਸੂਬੇ ਦੇ ਵਿੱਚ ਪਾਰਾ ਹੋਰ ਵੱਧ ਸਕਦਾ ਹੈ। ਮੌਸਮ ਵਿਗਿਆਨੀਆਂ ਵੱਲੋਂ ਲੋਕਾਂ ਨੂੰ ਗਰਮੀ ਤੋਂ ਬਚਣ ਦੇ ਉਪਾਅ ਕਰਨ ਦੀ ਵੀ ਸਲਾਹ ਦਿੱਤੀ ਗਈ ਹੈ। ਹਾਂਜੀ, ਇਸ ਵਾਰੀ ਜਿਹੜਾ ਮੌਸਮ ਹੈ ਉਹਦੇ ਵਿੱਚ ਕਾਫੀ ਤਬਦੀਲੀ ਦੇਖੀ ਗਈ ਹੈ ਕਿਉਂਕਿ ਜਿਹੜਾ ਮਾਰਚ ਦਾ ਮਹੀਨਾ ਉਹਦੇ ਵਿੱਚ ਟੈਂਪਰੇਚਰਸ ਜਿਹੜੇ ਨੇ ਨਾਰਮਲ ਤੋਂ ਜ਼ਿਆਦਾ ਰਹਿ ਰਹੇ ਹੈ। ਜਿਸ ਤਰ੍ਹਾਂ ਕਿ ਮੈਕਸਿਮਮ ਟੈਂਪਰੇਚਰ ਵੀ ਹੁਣ 35-36 ਡਿਗਰੀ ਤੱਕ ਰਿਕਾਰਡ ਕੀਤਾ ਜਾ ਰਿਹਾ, ਜਿਹੜਾ ਕਿ 4-5 ਡਿਗਰੀ ਨਾਰਮਲ ਨਾਲੋਂ ਜ਼ਿਆਦਾ ਚੱਲ ਰਿਹਾ। ਇਸੇ ਤਰ੍ਹਾਂ ਹੀ ਮਿਨੀਮਮ ਟੈਂਪਰੇਚਰ ਵੀ ਜਿਹੜਾ 16-17 ਚੱਲ ਰਿਹਾ, ਬਟ ਪਿੱਛੇ ਜੇ ਇੱਕ ਦਿਨ 22 ਡਿਗਰੀ ਤੱਕ ਜਿਹੜਾ ਟੈਂਪਰੇਚਰ ਚਲਾ ਗਿਆ। ਜਿਹੜਾ ਜੇ 13 ਡਿਗਰੀ ਨੂੰ ਆਪਾਂ ਨਾਰਮਲ ਕੰਸੀਡਰ ਕਰਦੇ ਹਾਂ ਤਾਂ 22 ਡਿਗਰੀ ਜਿਹੜਾ ਟੈਂਪਰੇਚਰ ਹੈ ਇੱਕਦਮ 9 ਡਿਗਰੀ ਟੈਂਪਰੇਚਰ ਜਿਹੜਾ ਨਾਰਮਲ ਨਾਲੋਂ ਜ਼ਿਆਦਾ ਰਿਕਾਰਡ ਕੀਤਾ ਗਿਆ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਫਲਕਚੁਏਸ਼ਨਸ ਆ ਰਹੀਆਂ ਨੇ ਉਹਦੇ ਨਾਲ ਜਿਹੜੀ ਸਾਡਾ ਕਣਕ ਦੀ ਫਸਲ ਹੈ ਉਹਦੇ ਤੇ ਕਾਫੀ ਅਸਰ ਦੇਖਣ ਨੂੰ ਨਜ਼ਰ ਆਏਗਾ ਕਿਉਂਕਿ ਜਦੋਂ ਇੱਕਦਮ ਟੈਂਪਰੇਚਰ ਇੰਨਾ ਸ਼ੂਟ ਅਪ ਕਰਦਾ ਮਾਰਚ ਦੇ ਮਹੀਨੇ ਦੇ ਵਿੱਚ ਤੇ ਇੱਕਦਮ ਜਿਹੜੀ ਉਹਦੀ ਫੋਸਟ ਮੈਚਿਓਰਿਟੀ ਆਉਂਦੀ ਹੈ ਉਹਦੇ ਨਾਲ ਜਿਹੜੀ ਝਾੜ ਤੇ ਕਾਫੀ ਅਸਰ ਦਿਖਾਈ ਦਿੰਦਾ ਹੈ। ਤੇ ਹਲੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਟੈਂਪਰੇਚਰਸ ਇਸੇ ਤਰ੍ਹਾਂ ਹੀ ਵੱਧਦੇ ਨਜ਼ਰ ਆ ਰਹੇ ਨੇ। ਸੋ ਹਲੇ ਹਫਤੇ ਤੱਕ ਆਪਾਂ ਨੂੰ ਕੋਈ ਰਿਲੀਫ ਨਜ਼ਰ ਨਹੀਂ ਆ ਰਿਹਾ ਕਿ ਕੋਈ ਬਾਰਿਸ਼ ਦੇ ਚਾਂਸਿਸ ਨੇ ਜਾਂ ਕੋਈ ਵੈਦਰ ਦੇ ਵਿੱਚ ਕੋਈ ਫਲਕਚੁਏਸ਼ਨ ਆ ਰਹੀ ਹੈ ਕਿਉਂਕਿ ਵੈਸਟਰਨ ਡਿਸਟਰਬੈਂਸ ਹਲੇ ਤੱਕ ਕੋਈ ਅਪਰੋਚ ਨਹੀਂ ਕਰ ਰਹੀ। ਕਿੰਨੇ ਸਾਲਾਂ ਬਾਅਦ ਇਸ ਤਰ੍ਹਾਂ ਦਾ ਮੌਸਮ ਜਿਹੜੇ ਹਾਲਾਤ ਦੇ ਬਣੇ? ਹਾਂਜੀ ਬਿਲਕੁਲ, ਇਹਦੇ ਵਿੱਚ ਸਾਨੂੰ ਥੋੜਾ ਲੱਗ ਰਿਹਾ ਕਿ ਜਿਹੜਾ ਹੁਣ 35-36 ਡਿਗਰੀ ਟੈਂਪਰੇਚਰ ਹੈਗਾ ਇਹ ਤਕਰੀਬਨ 10 ਕੁ ਸਾਲ ਬਾਅਦ ਇਸ ਤਰ੍ਹਾਂ ਦਾ ਸਿਨੈਰੀਓ ਨਜ਼ਰ ਆਇਆ ਕਿਉਂਕਿ ਪਿਛਲੇ 2-3 ਸਾਲਾਂ ਤੋਂ ਤਾਂ ਮਤਲਬ ਠੀਕ ਚੱਲ ਰਿਹਾ ਸੀ ਕਿਉਂਕਿ 19 ਦੇ ਵਿੱਚ ਕਾਫੀ ਫੇਵਰੇਬਲ ਕੰਡੀਸ਼ਨਸ ਰਹੀਆਂ ਜਿਹਦੇ ਨਾਲ ਕਿ ਜਿਹੜਾ ਕਣਕ ਦਾ ਝਾੜ ਕਾਫੀ ਵਧੀਆ ਰਿਹਾ ਸੀਗਾ। ਪਰ ਹੁਣ 10 ਕੁ ਸਾਲ ਬਾਅਦ ਜਿਹੜੀ ਇਸ ਤਰ੍ਹਾਂ ਦੀ ਵੇਰੀਏਸ਼ਨ ਜ਼ਿਆਦਾ ਨਜ਼ਰ ਆ ਰਹੀ ਹੈ। ਉਧਰ ਅੱਜ ਪੰਜਾਬ ਦੇ ਸੀਐਮ ਭਗਵੰਤ ਮਾਨ ਵੱਲੋਂ ਸੂਬੇ ਦੇ ਵਿੱਚ ਰਾਸ਼ਨ ਦੀ ਵੰਡ ਨੂੰ ਲੈ ਕੇ ਇੱਕ ਵੱਡਾ ਫੈਸਲਾ ਕੀਤਾ ਗਿਆ। ਭਗਵੰਤ ਮਾਨ ਨੇ ਆਪਣੇ ਸੋਸ਼ਲ ਮੀਡੀਆ ਤੇ ਲਾਈਵ ਹੁੰਦਿਆਂ ਪੰਜਾਬ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਸੂਬੇ ਦੇ ਵਿੱਚ ਹੁਣ ਰਾਸ਼ਨ ਵੰਡ ਦਾ ਪ੍ਰਬੰਧ ਲੋਕਾਂ ਦੇ ਘਰਾਂ ਤੱਕ ਕੀਤਾ ਜਾਵੇਗਾ। ਭਗਵੰਤ ਮਾਨ ਨੇ ਕਿਹਾ ਹੈ ਕਿ ਲੋਕਾਂ ਨੂੰ ਹੁਣ ਲਾਈਨਾਂ ਦੇ ਵਿੱਚ ਲੱਗਣ ਦੀ ਜ਼ਰੂਰਤ ਨਹੀਂ ਪਵੇਗੀ। ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਦਰਵਾਜ਼ੇ ਤੱਕ ਸਰਕਾਰੀ ਰਾਸ਼ਨ ਦੀ ਪਹੁੰਚ ਕੀਤੀ ਜਾਵੇਗੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਭਗਵੰਤ ਮਾਨ। ਆਜ਼ਾਦੀ ਦੇ 75 ਸਾਲ ਬੀਤ ਜਾਣ ਦੇ ਬਾਅਦ ਵੀ ਬੜੇ ਦੁੱਖ ਦੀ ਗੱਲ ਹੈ ਕਿ ਗਰੀਬ ਲੋਕਾਂ ਨੂੰ, ਆਮ ਲੋਕਾਂ ਨੂੰ ਆਪਣੇ ਹਿੱਸੇ ਦਾ ਰਾਸ਼ਨ ਲੈਣ ਵਾਸਤੇ ਰਾਸ਼ਨ ਦੀਆਂ ਦੁਕਾਨਾਂ ਤੇ, ਡੀਪੂਆਂ ਤੇ ਲਾਈਨਾਂ 'ਚ ਖੜਨਾ ਪੈਂਦਾ, ਲੰਬੀਆਂ ਲਾਈਨਾਂ 'ਚ ਖੜਨਾ ਪੈਂਦਾ।
ਜਦ ਕਿ ਦੂਜੇ ਪਾਸੇ ਇੰਨਾ ਡਿਜੀਟਲ ਹੋ ਗਈ ਹੈ ਦੁਨੀਆ ਕਿ ਇੱਕ ਫੋਨ ਤੇ ਕੋਈ ਵੀ ਚੀਜ਼ ਆਰਡਰ ਕਰੋ ਉਹ ਤੁਹਾਡੇ ਘਰ ਡਿਲੀਵਰ ਕਰ ਦਿੱਤੀ ਜਾਂਦੀ ਹੈ, ਤੁਹਾਡੇ ਤੱਕ ਪਹੁੰਚਾ ਦਿੱਤੀ ਜਾਂਦੀ ਹੈ। ਔਰ ਕਈ ਵਾਰੀ ਤਾਂ ਗਰੀਬ ਲੋਕਾਂ ਨੂੰ ਆਪਣੇ ਹਿੱਸੇ ਦਾ ਰਾਸ਼ਨ ਲੈਣ ਵਾਸਤੇ ਦਿਹਾੜੀ ਛੱਡਣੀ ਪੈ ਜਾਂਦੀ ਹੈ। ਸੋਚੋ, ਜਿਹੜਾ ਬੰਦਾ ਹੈਂਡ ਟੂ ਮਾਊਥ ਹੈ, ਜਿਹੜਾ ਉਸੇ ਦਿਨ ਹੀ ਕਮਾਉਂਦਾ ਉਸੇ ਦਿਨ ਹੀ ਖਾਂਦਾ ਹੈ, ਉਹਨੂੰ ਜੇ ਆਪਣੇ ਹਿੱਸੇ ਦਾ ਹੱਕ ਬਣਦਾ ਜਿਹੜਾ ਰਾਸ਼ਨ ਹੈ ਉਹ ਲੈਣ ਵਾਸਤੇ ਦਿਹਾੜੀ ਛੱਡਣੀ ਪਵੇ ਤਾਂ ਕਿੰਨਾ ਦੁੱਖ ਹੁੰਦਾ ਉਹਨੂੰ, ਕਿੰਨੀ ਗਲਤ ਗੱਲ ਹੈ। ਔਰ ਮੈਂ ਬਜ਼ੁਰਗ ਮਾਵਾਂ ਨੂੰ ਵੀ ਜਾਣਦਾ ਜਿਹੜੀਆਂ 2-2 ਕਿਲੋਮੀਟਰ ਰਾਸ਼ਨ ਡੀਪੂ ਤੋਂ ਆਪਣਾ ਰਾਸ਼ਨ ਲੈ ਕੇ ਆਉਂਦੀਆਂ ਨੇ, ਫਿਰ ਉਸ ਕਣਕ 'ਚੋਂ ਰੋੜ ਚੁਗਣੇ ਨੇ, ਦਾਲ 'ਚੋਂ ਰੋੜ ਚੁਗਣੇ ਨੇ। ਕਣਕ ਦੀ ਹਾਲਤ ਜਿਹੜੀ ਹੈ ਉਹ ਖਾਣ ਯੋਗ ਨਹੀਂ ਹੁੰਦੀ ਕਈ ਵਾਰੀ, ਪਰ ਖਾਣੀ ਪੈਂਦੀ ਹੈ। ਸੋ ਇਹਨਾਂ ਗੱਲਾਂ ਤੋਂ ਹੁਣ ਛੁਟਕਾਰਾ ਹੋਊਗਾ। ਅੱਜ ਮੈਂ ਤੁਹਾਡੇ ਸਾਹਮਣੇ ਇਹ ਗੱਲ ਕਹਿਣ ਲਈ ਆਇਆ ਕਿ ਤੁਹਾਡੀ ਆਪਣੀ ਚੁਣੀ ਹੋਈ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਅਸੀਂ ਹੁਣ ਤੁਹਾਡੇ ਘਰ ਤੱਕ ਰਾਸ਼ਨ ਪਹੁੰਚਾਵਾਂਗੇ। ਡੋਰ ਸਟੈਪ ਡਿਲੀਵਰੀ ਆਫ ਰਾਸ਼ਨ, ਯਾਨੀ ਕਿ ਘਰ ਤੱਕ ਰਾਸ਼ਨ ਪਹੁੰਚਾਉਣ ਦੀ ਸਕੀਮ ਸ਼ੁਰੂ ਕਰਨ ਜਾ ਰਹੇ ਹਾਂ। ਵਧੀਆ ਸਾਫ਼ ਬੋਰੀਆਂ 'ਚ ਸਾਫ਼ ਖਾਣਯੋਗ ਆਟਾ ਜਾਂ ਕਣਕ ਜਾਂ ਦਾਲ ਉਹ ਤੁਹਾਡੇ ਘਰੇ ਪਹੁੰਚ ਜੂਗੀ। ਔਰ ਤੁਹਾਨੂੰ ਦਿਹਾੜੀ ਛੱਡਣ ਦੀ ਲੋੜ ਨਹੀਂ ਪੈਣੀ, ਤੁਹਾਨੂੰ ਕਿਸੇ ਲਾਈਨ 'ਚ ਲੱਗਣ ਦੀ ਲੋੜ ਨਹੀਂ ਪੈਣੀ। ਹਾਂ, ਸਾਡੇ ਅਫਸਰ ਇਹ ਵੀ ਪੁੱਛਣਗੇ ਤੁਹਾਨੂੰ ਫੋਨ ਕਰਕੇ ਕਿ ਤੁਸੀਂ ਘਰ ਆਓ, ਕਿੰਨੇ ਵਜੇ ਘਰ ਹੋ, ਤਾਂ ਤੁਹਾਨੂੰ ਉਨੇ ਵਜੇ ਤੁਹਾਡੇ ਹਿੱਸੇ ਦਾ ਬਣਦਾ ਰਾਸ਼ਨ ਮਿਲ ਜੂਗਾ। ਔਰ ਇਹ ਜਿਹੜੀ ਸਕੀਮ ਹੈ ਇਹ ਬਿਲਕੁਲ ਆਪਸ਼ਨਲ ਹੈ, ਯਾਨੀ ਕਿ ਤੁਸੀਂ ਚੁਣ ਸਕਦੇ ਹੋ। ਜੇ ਰਾਸ਼ਨ ਡੀਪੂ ਤੁਹਾਡੇ ਬਿਲਕੁਲ ਨੇੜੇ ਹੈ ਤਾਂ ਤੁਸੀਂ ਕਹਿ ਸਕਦੇ ਹੋ ਕਿ ਮੈਨੂੰ ਕੋਈ ਪ੍ਰੋਬਲਮ ਨਹੀਂ, ਮੈਨੂੰ ਕੋਈ ਸਮੱਸਿਆ ਨਹੀਂ, ਮੈਂ ਰਾਸ਼ਨ ਡੀਪੂ ਤੋਂ ਆਪਣਾ ਜਿਹੜਾ ਹਿੱਸੇ ਦਾ ਰਾਸ਼ਨ ਲੈ ਕੇ ਆ ਸਕਦਾ, ਤਾਂ ਤੁਸੀਂ ਉਹ ਵੀ ਕਰ ਸਕਦੇ ਹੋ। ਅਤੇ ਰਾਸ਼ਨ ਡੀਪੂ 'ਤੇ ਕੋਈ ਤੋਲ, ਕੋਈ ਨਾਪ 'ਚ ਕੋਈ ਕਮੀ ਹੈ ਉਹਦੇ ਬਾਰੇ ਸਾਨੂੰ ਦੱਸਿਓ। ਸੋ ਇਸ ਸਕੀਮ ਨਾਲ ਤੁਹਾਡਾ ਬਣਦਾ ਹੱਕ ਤੁਹਾਡੇ ਦੇਹਲੀ 'ਤੇ, ਤੁਹਾਡੇ ਡੋਰ 'ਤੇ, ਤੁਹਾਡੇ ਦਰਵਾਜ਼ੇ 'ਤੇ ਤੁਹਾਨੂੰ ਮਿਲੂਗਾ। ਲੋਕਾਂ ਦੇ ਘਰਾਂ ਤੱਕ ਰਾਸ਼ਨ ਪਹੁੰਚਾਉਣ ਦੇ ਭਗਵੰਤ ਮਾਨ ਦੇ ਇਸ ਫੈਸਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਭਗਵੰਤ ਮਾਨ ਦੇ ਇਸ ਫੈਸਲੇ ਦੀ ਤਾਰੀਫ ਕੀਤੀ ਗਈ ਹੈ। ਕੇਜਰੀਵਾਲ ਨੇ ਕਿਹਾ ਹੈ ਕਿ ਦਿੱਲੀ ਸਰਕਾਰ ਵੱਲੋਂ ਵੀ ਅਜਿਹਾ ਫੈਸਲਾ ਕੀਤਾ ਗਿਆ ਸੀ, ਪਰ ਉਹ ਇਸ ਫੈਸਲੇ ਨੂੰ ਲਾਗੂ ਨਹੀਂ ਕਰ ਸਕੇ। ਉਹਨਾਂ ਨੂੰ ਲਾਗੂ ਇਹ ਫੈਸਲਾ ਦਿੱਲੀ ਦੇ ਵਿੱਚ ਨਹੀਂ ਕਰਨ ਦਿੱਤਾ ਗਿਆ। ਉਹਨਾਂ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਹਰ ਉਹ ਸਹੂਲਤ ਦਿੱਤੀ ਜਾਵੇਗੀ ਜਿਸ ਦਾ ਵਾਅਦਾ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਦੇ ਨਾਲ ਕੀਤਾ ਹੈ। पंजाब के मुख्यमंत्री भगवंत मान जी ने आज बहुत शानदार ऐलान किया इस देश के गरीबों के लिए, पंजाब के गरीबों के लिए, और मैं समझता हूँ कि पूरे देश पे आने वाले समय में इसका असर पड़ेगा। भगवंत मान जी ने ऐलान किया है कि पंजाब में गरीबों का राशन उनके घर घर तक पहुँचाया जाएगा। डोर स्टेप डिलीवरी ऑफ राशन, घर घर राशन योजना। अभी आज़ादी के 75 साल बाद भी एक गरीब आदमी को अपना गेहूं चावल महीने का जो राशन होता है जो सरकार देती है, वो राशन लेने के लिए लंबी लंबी लाइनों में लगना पड़ता है, छुट्टी लेनी पड़ती है, ढेरों तकलीफ़ें उठानी पड़ती है। आज ज़माना ये आ गया कि एक फ़ोन करो और फ़ोन के ऊपर ऑर्डर करो और पिज़्ज़ा आपके घर आ जाता है, सारा सामान आपके घर आ जाता है, लेकिन राशन लेने के लिए गरीब आदमी को लंबी लंबी लाइनों में लगना पड़ता है। तो घर घर राशन योजना के तहत लोगों का गेहूं या आटा या दाल जो भी है, चावल, वो अच्छी सी पैकिंग करके, बोरी में पैकिंग करके आपके घर का जितना भी बनता है वो आपके घर में सरकार हर महीने आपके घर में दे के आएगी। पंजाब के गरीबों को इससे बहुत फ़ायदा होगा, तो मैं पंजाब के लोगों को बहुत बहुत बधाई देता हूँ। मैं समझता हूँ ये जल्दी लागू होगा, आज ऐलान किया गया है। दिल्ली में पिछले 4 साल से हम लोग इस योजना को, डोर स्टेप डिलीवरी ऑफ राशन की योजना को लागू करने के लिए बहुत संघर्ष कर रहे हैं। सब कुछ हो चुका था, हमने सारा काम कर लिया था, केंद्र की भाजपा सरकार ने इसको रोक दिया, इसे करने नहीं दिया। सूबे ਦੀਆਂ ਪ੍ਰਮੁੱਖ ਸਿਆਸੀ ਤੇ ਸਮਾਜਿਕ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ। ਹੁਣ ਮੈਨੂੰ ਦਿਓ ਇਜਾਜ਼ਤ।
ਧੰਨਵਾਦ।